ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ। ਅੱਜ ਤੁਹਾਡੇ ਨਾਲ ਚੰਗੀ ਵਾਤਾਵਰਣ ਦੀ ਖਬਰ, ਚੰਗੀ ਛਾਂ ਤੇ ਧੁੱਪ ਦੀ ਪਹਿਚਾਣ ਤੇ ਚੰਗੀ ਤੁਹਾਡੀ ਮਹਿਮਾਨ ਨਵਾਜੀ ਸਰਕਾਰ ਕਿਵੇਂ ਕਰਦੀ ਹੈ ਤੇ ਕਿਸ ਹਿਸਾਬ ਨਾਲ ਕਰਦੀ ਹੈ ਤੇ ਕਿਸ ਤਰ੍ਹਾਂ ਜਿਹੜਾ ਤੁਹਾਨੂੰ ਜਿਹੜੀ ਨੋਟਬੰਦੀ ਹੋਈ ਹੈ ਉਹਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ, ਇਹਦੇ ਉੱਤੇ ਗੱਲਾਂ ਕਰਾਂਗੇ। ਲਓ ਅਸੀਂ ਗੱਲ ਕਰਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਸਾਡੇ ਦੇਸ਼ ਵਿੱਚ ਇੱਕ ਬਹੁਤ ਵੱਡੀ ਜਿੱਦਾਂ ਕਹ ਲਓ ਗੱਲ ਹੋਈ ਸੀ ਕਿ ਜੀ ਨੋਟਬੰਦੀ ਹੋਈ ਸੀ। ਰਾਤੋਂ ਰਾਤ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਹਦੀ ਜਗ੍ਹਾ ਨਵੇਂ ਨੋਟ ਇਸ਼ੂ ਕਰ ਦਿੱਤੇ ਗਏ ਸੀ। ਜਿਹਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜਾ ਗਰੀਬ ਤਬਕਾ ਸੀ ਉਹ ਬੜਾ ਖੁਸ਼ ਹੋਇਆ ਸੀ ਕਿ ਸਾਡੇ ਕੋਲ ਤੇ ਪੈਸੇ ਹੈ ਨਹੀਂ ਗੇ ਤੇ ਜਿਹੜੇ ਅਮੀਰ ਹੈਗੇ ਆ ਹੁਣ ਇਹਨਾਂ ਦੇ ਪੈਸੇ ਨਿਕਲਣਗੇ ਤੇ ਇਹਨਾਂ ਨੂੰ ਪਤਾ ਲੱਗੇਗਾ। ਉਦੋਂ ਸਰਕਾਰ ਨੇ ਕਿਹਾ ਸੀਗਾ ਕਿ ਜੀ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਦੇਸ਼ ਦੇ ਵਿੱਚੋਂ ਕਾਲਾ ਧਨ ਜਿਹੜਾ ਹੈਗਾ ਬਾਹਰ ਕੱਢ ਰਹੇ ਹੈਗੇ ਆ। ਜਿਹੜਾ ਕਾਲਾ ਧਨ ਹੈ ਉਹ ਨਿਕਲ ਕੇ ਸਾਹਮਣੇ ਆਏਗਾ। ਪਰ ਕਦੀ ਕਿਸੇ ਨੇ ਇਹ ਸੋਚਿਆ ਕਿ ਜੀ ਇਸ ਚੀਜ਼ ਦਾ ਅਸਲ ਵਿੱਚ ਕੀ ਇਫੈਕਟਸ ਪਏ ਹੋਇਆ। ਇੰਜ ਕਿ ਜਿਹੜੇ ਨੋਟ ਪਹਿਲੇ, ਜਿਸ ਤਰ੍ਹਾਂ ਮੰਨ ਲਓ ਜਿਹੜੇ ਨੋਟ ਪਹਿਲੇ ਚੱਲਦੇ ਪਏ ਸੀ, ਉਹਨਾਂ ਦੀ ਛਪਾਈ, ਉਹਨਾਂ ਦਾ ਕਾਗਜ਼, ਉਹ ਸਾਰਾ ਕੁਝ ਸਾਡੀ ਜੇਬ ਚੋਂ ਨਿਕਲ ਕੇ ਗਿਆ ਸੀ। ਸਾਡੇ ਖਰਚੇ ਦੇ ਨਾਲ ਉਹ ਨੋਟ ਬਣੇ ਸੀਗੇ ਤੇ ਜਦੋਂ ਨੋਟਬੰਦੀ ਹੋਈ ਉਹ ਨੋਟ ਬੰਦ ਕਰ ਦਿੱਤੇ ਗਏ। ਜਿਹੜਾ 500 ਦਾ ਨੋਟ ਬੰਦ ਹੋਇਆ ਉਹਦੀ ਵੈਲਿਊ ਕੀ ਹੋ ਗਈ? ਜ਼ੀਰੋ। ਉਹ ਜ਼ੀਰੋ ਵੈਲਿਊ ਨੂੰ ਅਸੀਂ ਬੰਦ ਕਰ ਦਿੱਤਾ, 500 ਨੂੰ ਅਸੀਂ ਜ਼ੀਰੋ ਬਣਾ ਦਿੱਤਾ ਤੇ ਫਿਰ ਇੱਕ ਹੋਰ ਹੀਰੋ ਖੜਾ ਕੀਤਾ, ਯਾਨੀ ਇੱਕ ਹੋਰ ਜਿਹੜਾ ਨੋਟ ਛਾਪਿਆ ਉਹਦੀ ਛਪਾਈ, ਉਹਦੇ ਕਾਗਜ਼ ਦਾ ਖਰਚਾ ਜਿਹੜਾ ਸੀਗਾ ਉਹ ਵੀ ਸਾਡੀਆਂ ਜੇਬਾਂ ਦੇ ਉੱਤੇ ਪਿਆ। ਮਸ਼ੀਨਾਂ ਦਾ ਖਰਚਾ, ਕਾਗਜ਼ ਦਾ ਖਰਚਾ, ਹੋਰ ਸਾਰੇ ਖਰਚੇ ਜਿਹੜੇ ਸੀਗੇ ਉਹ ਸਾਡੀ ਜੇਬ ਦੇ ਵਿੱਚੋਂ ਨਿਕਲ ਕੇ ਗਏ। ਫਿਰ ਉਸ ਤੋਂ ਬਾਅਦ ਜਿਹੜਾ ਅਮੀਰ ਬੰਦਾ ਸੀ ਉਹਦੀ ਤੇ ਬੈਂਕਾਂ 'ਚ ਸਾਠ ਗਾਠ ਸੀਗੀ, ਉਹ ਬੈਂਕਾਂ ਨੂੰ ਲੱਖਾਂ ਦਾ ਬਿਜ਼ਨਸ ਦਿੰਦਾ ਸੀ, ਉਹਨੇ ਤੇ ਆਪਣੇ ਨੋਟ ਬਾਹਰੋਂ ਬਾਹਰ ਬਦਲ ਲਏ। ਉਹਦੇ ਹੋਰ ਬਹੁਤ ਸਾਰੇ ਸੋਰਸਿਸ ਸੀਗੇ ਜਿਹਦੇ ਵਿੱਚ ਉਹਨਾਂ ਨੇ ਨੋਟ ਬਦਲ ਲਏ। ਪਰ ਜਿਹੜਾ ਗਰੀਬ ਬੰਦਾ ਸੀਗਾ ਉਹਨੇ ਦਿਹਾੜੀਆਂ ਭੰਨੀਆਂ, ਲਾਈਨਾਂ 'ਚ ਜਾ ਕੇ ਲੱਗਿਆ ਤੇ ਨੋਟ ਚੇਂਜ ਕੀਤੇ। ਤੇ ਜੇ ਉਹਦੇ ਘਰ 'ਚ ਉਹਦੀ ਵੋਟੀ ਦਾ ਲੁਕੋਇਆ ਹੋਇਆ ਕਿਤੇ ਕੋਈ 500-700 ਹਜ਼ਾਰ ਰੁਪਇਆ ਪਿਆ ਰਹਿ ਗਿਆ ਸੀਗਾ, ਜਿਹੜਾ ਉਹਨੂੰ ਬਾਅਦ ਵਿੱਚ ਮਿਲਿਆ ਤੇ ਉਹਨੂੰ ਉਸ ਚੀਜ਼ ਦਾ ਸਭ ਤੋਂ ਜ਼ਿਆਦਾ ਅਫਸੋਸ ਹੋਇਆ ਕਿ ਜੀ ਸਾਡਾ ਜਿਹੜਾ ਸੀਗਾ ਇਹ 1000 ਰੁਪਇਆ ਜਿਹੜਾ ਸੀਗਾ ਇਹ ਪਿਆ ਰਹਿ ਗਿਆ, ਇਹ ਵੇਸਟ ਹੋ ਗਿਆ। ਸੋ ਨੋਟਬੰਦੀ ਦੇ ਸਾਨੂੰ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੋਏ। ਕਿਹੜਾ ਕਾਲਾ ਧਨ ਨਿਕਲ ਕੇ ਬਾਹਰ ਆਇਆ? ਕੋਈ ਕਾਲਾ ਧਨ ਨਿਕਲ ਕੇ ਬਾਹਰ ਨਹੀਂ ਆਇਆ, ਬਲਕਿ ਸਾਡੀ ਜੇਬਾਂ ਦੇ ਉੱਤੇ ਕੈਂਚੀ ਚਲਾਈ ਗਈ, ਸਾਨੂੰ ਬੁਰੀ ਤਰੀਕੇ ਹਰਾਸ ਕੀਤਾ ਗਿਆ ਕਿ ਜੀ ਅਸੀਂ ਆਪਣੀਆਂ ਦਿਹਾੜੀਆਂ ਭੰਨੀਆਂ। ਉਸ ਟਾਈਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਬੇਟੀਆਂ ਦੇ ਵਿਆਹ ਰੱਖੇ ਹੋਏ ਸੀਗੇ ਉਹ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਈ ਕਿ ਜੀ ਨੋਟਾਂ ਦੀ ਸ਼ਾਰਟੇਜ ਆ ਗਈ, ਪੈਸੇ ਦੀ ਸ਼ਾਰਟੇਜ ਆ ਗਈ। ਜਿਸ ਬੰਦੇ ਨੇ, ਕਿਸੇ ਨੇ ਮੰਨ ਲਓ ਇੱਕ ਦਿਨ ਪਹਿਲੇ ਰਜਿਸਟਰੀ, ਸਭ ਨੂੰ ਪਤਾ ਹੈਗਾ ਇਹ ਚੀਜ਼ ਕਿ ਜੀ ਜਿੰਨੀ ਵਾਈਟ ਮਨੀ ਹੁੰਦੀ ਹੈ ਨਾਲ ਨਾਲ ਬਲੈਕ ਮਨੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਯੂਜ਼ ਹੁੰਦੀ ਹੈ। ਜੇ ਕਿਸੇ ਬੰਦੇ ਨੇ ਰਜਿਸਟਰੀ ਕਰਵਾਈ ਸੀ ਜਾਂ ਜੇ ਕਿਸੇ ਬੰਦੇ ਨੇ ਕੋਈ ਚੀਜ਼ ਸੇਲ ਪਰਚੇਜ਼ ਕੀਤੀ ਸੀਗੀ, ਉਹਦੇ ਕੋਲ ਪੁਰਾਣੇ ਨੋਟ ਸੀਗੇ ਤੇ ਉਹਨੂੰ ਦੂਸਰੇ ਦਿਨ ਉਹ ਨੋਟ ਚਲਾਣੇ ਔਖੇ ਹੋ ਗਏ ਸੀ। ਕਈ ਬੰਦਿਆਂ ਨੂੰ ਹਾਰਟ ਅਟੈਕ ਆਇਆ। ਕੀ ਗੱਲ ਜਾਨ ਤੋਂ ਵੀ ਜ਼ਿਆਦਾ ਸੀਗੀ ਜ਼ਰੂਰੀ ਹੈ ਨੋਟਬੰਦੀ? ਸੋਚਣ ਦੀਆਂ ਗੱਲਾਂ ਨੇ ਕਿ ਸਾਨੂੰ ਇਸ ਚੀਜ਼ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ। ਜਿਹੜਾ ਅਮੀਰ ਬੰਦਾ ਸੀ ਉਹਨੂੰ ਕੋਈ ਫਰਕ ਨਹੀਂ ਪਿਆ, ਜਿਹੜਾ ਮਿਡਲ ਕਲਾਸ ਸੀ ਉਹ ਵਿਚਾਰਾ ਮਾਰਿਆ ਗਿਆ। ਗਰੀਬ ਬੰਦੇ ਨੇ ਇਹ ਸੋਚ ਕੇ ਖੁਸ਼ੀ ਮਨਾਈ, ਲੋ ਜੀ ਹੁਣ ਤੇ ਅਮੀਰ ਫਸਣਗੇ, ਪਰ ਕੋਈ ਅਮੀਰ ਫਸਿਆ? ਕੀ ਗੱਲ ਇਹ ਅੰਬਾਨੀਆਂ ਅਡਾਨੀਆਂ ਕੋਲ ਕੋਈ ਪੁਰਾਣੇ ਨੋਟ ਨਹੀਂ ਸੀਗੇ? ਕੋਈ ਇਹਨਾਂ ਦੀ ਤੁਸੀਂ ਨਿਊਜ਼ ਸੁਣੀ? ਕੋਈ ਕੁਝ ਸੁਣਿਆ ਨਹੀਂ, ਕਿਉਂਕਿ ਇਹਨਾਂ ਨੇ ਪਹਿਲੇ ਹੀ ਜੀਓ ਕੱਢ ਦਿੱਤਾ ਸੀ। ਤੁਹਾਨੂੰ ਫ੍ਰੀ ਜੀਓ ਦੇ ਸਿਮ ਮਿਲੇ, ਉਹ ਕਿੱਥੋਂ ਮਿਲੇ? ਉਹ ਇਸ ਬਲੈਕ ਮਨੀ ਦੇ ਨਾਲ ਤੁਹਾਨੂੰ ਮਿਲੇ ਸੀ। ਪਰ ਅਸੀਂ ਸਾਰੇ ਬੜੇ ਖੁਸ਼ ਹੋਏ ਸੀਗੇ, ਲੋ ਜੀ ਕਾਲਾ ਧਨ ਬਾਹਰ ਆ ਗਿਆ। ਅੱਜ ਮੋਦੀ ਸਾਹਿਬ ਨੂੰ ਪੁੱਛੋ ਕਿ ਜੀ ਉਹ ਕਾਲਾ ਧਨ ਕਿੱਥੇ ਹੈਗਾ? ਉਹ ਜਿਹੜਾ ਸਾਰਿਆਂ ਦੇ ਅਕਾਊਂਟਾਂ ਦੇ ਵਿੱਚ ਆਂਦਾ ਪਿਆ ਸੀਗਾ, ਉਹ ਪੈਸਾ ਕਿੱਥੇ ਹੈਗਾ? ਕਿਹੜੇ ਸਵਿਸ ਬੈਂਕਾਂ ਤੋਂ ਪੈਸਾ ਵਾਪਸ ਆਇਆ? ਕਿਤੋਂ ਕੁਛ ਨਹੀਂ ਹੋਇਆ। ਸਿਰਫ ਸਾਨੂੰ ਇੱਕ ਤਸੱਲੀਆਂ ਦਿੱਤੀਆਂ ਗਈਆਂ, ਸਾਨੂੰ ਇੱਕ ਖੁਸ਼ੀ ਦੇ ਦਿੱਤੀ ਗਈ, ਲੋ ਜੀ ਮੈਂ ਨੋਟਬੰਦੀ ਕਰ ਦਿੱਤੀ, ਦੇਸ਼ ਦੇ ਵਿੱਚ ਤੁਹਾਡੇ ਕ੍ਰਾਂਤੀ ਲਿਆਤੀ। ਉਹ ਕ੍ਰਾਂਤੀ ਸਾਡੀ ਜੇਬਾਂ ਤੇ ਆਈ ਕਿ ਸਾਡੀ ਜੇਬਾਂ ਦੇ ਵਿੱਚੋਂ ਜਿਹੜੇ ਸੀਗੇ ਨੋਟ ਨਿਕਲ ਗਏ। ਜਿਹੜੇ ਸਾਡੇ ਪੁਰਾਣੇ ਨੋਟ ਸੀ ਜ਼ੀਰੋ ਕਰ ਦਿੱਤੇ ਗਏ ਤੇ ਨਵੇਂ ਨੋਟ ਅਸੀਂ ਜਿਹੜੇ ਸੀਗੇ ਫਿਰ ਇੱਕ ਤਰ੍ਹਾਂ ਦੇ ਖਰੀਦੇ।
ਕਿਉਂਕਿ ਟੈਕਸ ਦੇ ਰੂਪ ਦੇ ਵਿੱਚ, ਹੋਰ ਰੂਪ ਦੇ ਵਿੱਚ ਇਹਨਾਂ ਨੇ ਸਾਡੇ ਤੋਂ ਉਸ ਪੈਸੇ ਨੂੰ ਸਾਨੂੰ ਮਾਰਿਆ, ਸਾਡੇ ਪੈਸੇ ਨੂੰ ਨਜਾਇਜ਼ ਖਰਚ ਕੀਤਾ। ਸੋ ਸਰਕਾਰ ਨੂੰ ਇਹ ਚੀਜ਼ਾਂ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ ਕਿ ਕਿਤੇ ਵੀ ਉਹ ਖਰਚੇ ਕਰਦੇ ਹੈਗੇ ਨੇ ਤੇ ਉਹ ਇਸ ਚੀਜ਼ ਨੂੰ ਸੋਚਣ ਕਿ ਜੀ ਇਸ ਪੈਸੇ ਨੂੰ ਖਰਚ ਕਰਨਾ ਲਾਹੇਵੰਦ ਹੈ ਵੀ ਜਾਂ ਨਹੀਂ, ਕਿ ਕਿਤੇ ਸਾਡੀ ਜੇਬ ਦੇ ਉੱਤੇ ਛੁਰੀ ਜਾਂ ਕੈਂਚੀ ਤੇ ਨਹੀਂ ਚਲਾਈ ਜਾ ਰਹੀ ਹੈਗੀ, ਕਿਤੇ ਸਾਨੂੰ ਹੌਲੀ ਹੌਲੀ ਜਿਸ ਤਰ੍ਹਾਂ ਕਹਿੰਦੇ ਨਾ ਹਲਾਲ ਕੀਤਾ ਜਾ ਰਿਹਾ ਹੁੰਦਾ। ਸੋ ਸਰਕਾਰ ਜਿਹੜੀ ਹੈਗੀ ਹੈ, ਜਿਹੜਾ ਇਹ ਹਲਾਲ ਕਰਦੀ ਪਈ ਹੈ। ਅੱਜ ਕਿਸਾਨਾਂ ਨੇ ਆਵਾਜ਼ ਉਠਾਈ ਸੀ, ਕਿਸਾਨਾਂ ਨੇ, ਅਸੀਂ ਸਾਰਿਆਂ ਨੇ ਰਲ ਕੇ ਉਸ ਚੀਜ਼ ਦੇ ਵਿੱਚ ਸਾਥ ਦਿੱਤਾ ਤੇ ਉਸ ਚੀਜ਼ ਦੇ ਉੱਤੇ ਜਿੱਤ ਹਾਸਲ ਕੀਤੀ। ਜੇ ਅਸੀਂ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਦੇ ਖਿਲਾਫ ਆਵਾਜ਼ ਉਠਾਵਾਂਗੇ ਤੇ ਜ਼ਰੂਰ ਕਾਮਯਾਬ ਹੋਵਾਂਗੇ। ਸਿਰਫ ਜ਼ਰੂਰਤ ਹੈਗੀ ਹੈ ਸਾਨੂੰ ਸਭ ਨੂੰ ਮਿਲ ਕੇ ਆਵਾਜ਼ ਉਠਾਉਣ। ਸੋ ਪਲੀਜ਼ ਜਦੋਂ ਵੀ ਸਰਕਾਰ ਦੀ ਕੋਈ ਗਲਤ ਨੀਤੀ ਤੁਹਾਡੇ ਸਾਹਮਣੇ ਆਂਦੀ ਹੈਗੀ ਹੈ, ਸਾਰੇ ਜਣੇ ਮਿਲ ਕੇ ਆਵਾਜ਼ ਉਠਾਓ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਕਿ ਜਨਤਾ ਪੜ੍ਹੀ ਲਿਖੀ ਹੈ, ਸਮਝਦਾਰ ਹੈ ਤੇ ਰਾਜਨੀਤੀ ਨੂੰ ਸਮਝਦੀ ਹੈ। ਜੀ ਇੱਕ ਚੀਜ਼ ਹੋਰ ਛੋਟੀ ਜਿਹੀ, ਜਿਹੜਾ ਪਹਿਲਾਂ 500 ਦਾ ਨੋਟ ਹੁੰਦਾ ਸੀ ਜੀ ਤੇ ਅੱਜ ਦਾ 500 ਦਾ ਨੋਟ ਹੈ, ਉਹ ਇੰਡੀਅਨ ਇਕਨੋਮੀ ਦੇ ਉੱਤੇ ਕੀ ਅਸਰ ਪਾਉਂਦਾ ਹੈ, ਕੀ ਦਰਸਾਉਂਦਾ ਹੈ ਕਿ ਪਹਿਲੀ ਇਕਨੋਮੀ ਜ਼ਿਆਦਾ ਸਟਰੋਂਗ ਸੀ ਜਾਂ ਅੱਜ ਦੀ ਇਕਨੋਮੀ ਜ਼ਿਆਦਾ ਸਟਰੋਂਗ ਹੈ? ਅੱਜ ਜਿਹੜਾ ਡਾਲਰ ਹੈ ਨਵੀਆਂ ਜਿਹੜੀਆਂ ਉਚਾਈਆਂ 'ਚ ਹੋ ਗਿਆ, 77 ਰੁਪੀਸ US ਡਾਲਰ ਜਿਹੜਾ ਹੈ ਉੱਤੇ ਚਲਾ ਗਿਆ। ਬਿਲਕੁਲ। ਇਹਦੇ ਉੱਤੇ ਕੀ ਕਹੋਗੇ? ਦੇਖੋ, ਮੈਂ ਤਾਂ ਪਹਿਲਾਂ ਹੀ ਕਹਿੰਦੀ ਪਈ ਹਾਂ ਕਿ ਸਾਨੂੰ ਜਿਹੜਾ ਹੈਗਾ ਆਰਥਿਕ ਸੱਟ ਵੱਜੀ, ਇਕਨੋਮਿਕਲੀ ਅਸੀਂ ਜਿਹੜਾ ਸੀਗਾ ਡਾਊਨ ਗਏ ਇਸ ਚੀਜ਼ ਦੇ ਨਾਲ। ਜਿਹੜਾ ਪਹਿਲਾ ਨੋਟ ਸੀਗਾ ਉਹ ਦੇਖਣ 'ਚ ਵੀ ਅੱਛਾ ਸੀਗਾ, ਕਾਗਜ਼ ਵੀ ਜ਼ਿਆਦਾ ਬੈਟਰ ਸੀਗਾ ਔਰ ਉਹਦੀ ਛਪਾਈ ਵੀ ਜ਼ਿਆਦਾ ਬੈਟਰ ਸੀ। ਜੇ ਆਪਾਂ ਅੱਜ ਦਾ ਨੋਟ ਦੇਖੀਏ ਤੇ ਉਹ ਸਾਡੇ ਟਾਈਮ 'ਚ ਨਾ ਇੱਕ ਚੂਰਨ ਵਾਲੇ ਨੋਟ ਮਿਲਦੇ ਹੁੰਦੇ ਸੀ ਤੇ ਅੱਜ ਦਾ ਨੋਟ ਉਹੀ ਚੀਜ਼ ਲੱਗਦਾ ਵੀ ਚੂਰਨ ਵਾਲੇ ਨਿੱਕੇ ਨਿੱਕੇ ਜਿਹੇ ਨੋਟ ਇਹਨਾਂ ਨੇ ਸਾਨੂੰ ਦੇ ਦਿੱਤੇ ਹੈਗੇ ਆ। ਤੇ ਸਾਡੇ ਘਰ ਦੀਆਂ ਜਿਹੜੀਆਂ ਇੰਡੀਅਨ ਲੇਡੀਜ਼ ਹੈਗੀਆਂ ਨੇ, ਉਹ ਜੇ ਉਹਨਾਂ ਨੋਟਾਂ ਨੂੰ ਧੋ ਦਿੰਦੀਆਂ ਤੇ ਉਹਨਾਂ ਦੇ ਵਿੱਚ ਫਿਰ ਕੁਝ ਵੀ ਨਹੀਂ ਬਚਦਾ ਹੈਗਾ। ਸੋ ਸਾਨੂੰ ਜਿਹੜਾ ਹੈਗਾ ਇਕਨੋਮਿਕਲੀ ਜਿਹੜਾ ਸਾਨੂੰ ਮਾਰ ਵੱਜੀ ਹੈ ਨਾ, ਆਰਥਿਕ ਤੌਰ ਤੇ ਜਿਹੜੀ ਸਾਨੂੰ ਮਾਰ ਵੱਜੀ ਹੈ, ਉਹ ਇਹਨਾਂ ਨਵੇਂ ਨੋਟਾਂ ਨੇ ਸਾਨੂੰ ਮਾਰਿਆ ਹੀ ਹੈ, ਸਾਡਾ ਕੁਝ ਬਣਾਇਆ ਨਹੀਂ ਜੀ ਵਿੱਚ। ਜੇ ਇਹ ਕੁਝ ਫਾਇਦੇ ਹੁੰਦੇ ਤਾਂ ਗਵਰਨਮੈਂਟ ਆਫ ਇੰਡੀਆ ਨੇ ਸਾਰਵਜਨਕ ਕਰਨੇ ਸੀ, ਇਹ ਅੱਜ ਤੱਕ ਨਹੀਂ ਕੀਤੇ ਗਏ, ਕੀ ਕਹੋਗੇ? ਬਿਲਕੁਲ, ਸਰਕਾਰ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਦੋਂ ਨੋਟਬੰਦੀ ਹੋਈ ਸੀ। ਸਵਿਸ ਬੈਂਕਾਂ ਤੋਂ, ਇਹ ਮੋਦੀ ਜੀ ਖਾਸ ਕਰਕੇ ਜਦੋਂ ਆਏ ਸੀ, ਸਵਿਸ ਬੈਂਕਾਂ ਤੋਂ ਕਾਲਾ ਧਨ ਆਏਗਾ, ਕਿੱਥੇ ਆਇਆ? ਤੁਹਾਨੂੰ ਸਾਰਿਆਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਆਣਗੇ, ਕਿੱਥੇ ਆਏ? ਕੀ ਕੁਝ ਹੋਇਆ? ਸਿਰਫ ਅੰਬਾਨੀ ਅਡਾਨੀ ਵਧੇ ਫੁੱਲੇ, ਅਸੀਂ ਤੇ ਫਿਰ ਉੱਥੇ ਦੇ ਉੱਥੇ ਹੀ ਹਾਂ। ਅਸੀਂ ਤੇ ਫਿਰ ਕਮਾ ਕੇ ਮਹਿੰਗਾਈ ਦੀ ਮਾਰ ਨੂੰ ਸਹਿੰਦੇ ਹੋਏ ਦਿਨ ਪਰ ਦਿਨ ਆ ਜਿਹੜਾ ਪੈਟਰੋਲ ਵੱਧ ਰਿਹਾ, ਜਿਹੜੀਆਂ ਚੀਜ਼ਾਂ ਵੱਧ ਰਹੀਆਂ, ਜਿਹੜੇ ਇਹ ਨੋਟਾਂ ਦੇ ਉੱਤੇ ਖਰਚੇ ਹੋਏ, ਜਿਹੜੇ ਸਾਡੇ 500 ਦੇ ਨੋਟਾਂ ਨੂੰ ਇਹਨਾਂ ਨੇ ਕਮਰਿਆਂ 'ਚ ਬੰਦ ਕਰਕੇ ਰੱਦੀ ਬਣਾਇਆ, ਅਸੀਂ ਤੇ ਅੱਜ ਵੀ ਉਸ ਚੀਜ਼ ਦੀ ਮਾਰ ਨੂੰ ਸਹਿੰਦੇ ਪਏ ਹਾਂ। ਇਹ ਇੱਕ ਅਨਆਥੋਰਾਈਜ਼ਡ ਜਿਹੜੀ ਹੈ ਨੋਟਬੰਦੀ ਸੀ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਹਰ ਨੋਟ ਦੇ ਉੱਤੇ ਗਰੰਟੀ ਦਿੰਦਾ ਹੈ ਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦਾ ਹੀ ਇਸ ਟੈਂਡਰ ਨੂੰ ਰੱਦ ਕਰਨਾ ਜਾਂ ਅਸੈਪਟ ਕਰਨਾ ਉਹਦਾ ਇਖਤਿਆਰ ਹੈ। ਤੇ ਮੋਦੀ ਜੀ ਨੇ ਕਿਹੜੀ ਹਸੀਅਤ ਵਰਤੀ, ਇਹਦੇ ਉੱਤੇ ਕੁਝ ਦੱਸੋਗੇ? ਜੀ, ਜੇ ਆਪਾਂ ਕਹਿੰਦੇ ਹੈਗੇ ਮੋਦੀ ਜੀ ਇੱਕ ਪਾਸੇ ਤਾਂ ਕਹਿੰਦੇ ਕਿ ਜੀ ਮੈਂ ਚਾਹ ਵੇਚਣ ਵਾਲਾ ਸੀਗਾ, ਤੁਸੀਂ ਸੋਚ ਸਕਦੇ ਹੋ ਕਿ ਚਾਹ ਵੇਚਣ ਵਾਲੇ ਨੂੰ ਆਪਣੇ ਘਰ ਦੀ ਜਿਹੜਾ ਹੈਗਾ ਆਰਥਿਕਤਾ ਨੂੰ ਸੰਭਾਲਣਾ ਔਖਾ ਹੋ ਜਾਂਦਾ ਵੀ ਮੈਂ ਘਰ ਨੂੰ ਕਿੱਦਾਂ ਮੈਨੇਜ ਕਰਨਾ, ਮੈਂ ਘਰ ਦੇ ਖਰਚੇ ਕਿੱਦਾਂ ਚਲਾਉਣੇ ਆ। ਉਹ ਬੰਦਾ ਇੱਕ ਦੇਸ਼ ਚਲਾ ਸਕਦਾ ਹੈਗਾ? ਨਹੀਂ। ਉਹਨੇ ਕੀ ਕੀਤਾ? ਸਹਾਰਾ ਲਿਆ ਇਹਨਾਂ ਅੰਬਾਨੀਆਂ ਅਡਾਨੀਆਂ ਦੇ, ਜਿਹੜੇ ਸੀਗੇ ਇਹਨਾਂ ਦੇ ਨਾਲ, ਉਹਨਾਂ ਦਾ ਸਹਾਰਾ ਲਿਆ, ਉਹਨਾਂ ਦੇ ਵਕੀਲਾਂ ਦਾ, ਉਹਨਾਂ ਦੇ ਚਾਰਟਰਡ ਅਕਾਊਂਟੈਂਟਸ ਦਾ, ਤੇ ਉਹਨਾਂ ਨੇ ਤੇ ਆਪਣਾ ਫਾਇਦਾ ਕੀਤਾ। ਉਹਦੇ ਵਿੱਚ ਕੀ ਹੋਇਆ? ਇਹਨਾਂ ਨੇ ਆਪਣੇ ਜਹਾਜ਼ ਬਣਾ ਲਏ, ਵਿਦੇਸ਼ਾਂ ਦੀ 2 ਵਾਰੀ ਸੈਰ ਕਰ ਲਈ, ਬਾਕੀ ਸਾਡੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਇਆ। ਜਿਹੜੇ ਵਿਦੇਸ਼ ਵੀ ਘੁੰਮ ਕੇ ਆਏ ਆ ਨਾ, ਉਹ ਵੀ ਸਾਡੀ ਜੇਬ 'ਚੋਂ ਨੋਟ ਲੈ ਕੇ ਗਏ ਨੇ। ਤੇ ਤੁਸੀਂ ਪਹਿਲੀ ਵਾਰ ਸੋਚੋ ਕਿ ਜੀ ਕਿੰਨੀ ਸ਼ਰਮਿੰਦਗੀ ਦੀ ਗੱਲ ਸੀਗੀ ਇੰਡੀਆ ਵਾਸਤੇ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੂਜੇ ਪ੍ਰਧਾਨ ਮੰਤਰੀ ਨੇ ਸਵਾਗਤ ਕਰਨ ਤੋਂ ਮਨਾ ਕਰ ਦਿੱਤਾ ਤੇ ਉਹਨੇ ਕਿਹਾ ਕਿ ਤੂੰ ਸਾਡੇ ਦੇਸ਼ ਵਿੱਚ ਐਂਟਰ ਨਹੀਂ ਹੋਣਾ ਤੇ ਤੂੰ ਚਲਾ ਜਾ। ਡਿਪੋਰਟ ਕਰ ਦਿੱਤਾ ਗਿਆ ਇੱਕ ਤਰ੍ਹਾਂ ਦਾ ਇਹਨਾਂ ਨੂੰ। ਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਸੀ ਕਿ ਇਹਨਾਂ ਨੇ 2 ਵਾਰੀ ਆਪਣੇ ਵਰਲਡ ਟੂਰ ਤੇ ਕਰ ਲਏ, ਛੋਟੀ ਤੋਂ ਛੋਟੀ ਜਗ੍ਹਾ ਦੇ ਉੱਤੇ ਵੀ ਗਏ, ਪਰ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਜੀ ਮੈਨੂੰ ਇੱਥੋਂ ਕੀ ਫਾਇਦਾ ਹੋਇਆ, ਕਿਹੜੇ ਬਿਜ਼ਨਸ ਇਹ ਬਾਹਰੋਂ ਲੈ ਕੇ ਆਏ, ਕਿਹੜਾ ਦੇਸ਼ ਵਧਿਆ, ਕਿੱਥੇ ਸਾਡੀ ਕਰੰਸੀ ਦੀ ਵੈਲਿਊ ਵਧੀ, ਸਗੋਂ ਰੁਪਈਆ ਡਾਊਨ ਗਿਆ ਜੀ। ਇੱਕ ਚੀਜ਼ ਹੋਰ ਹੈ, ਭਾਰਤ ਦਾ ਜਿਹੜਾ ਦਰਜਾ ਹੈ ਵਿਕਾਸਸ਼ੀਲ ਦੇਸ਼ ਦਾ ਦਰਜਾ ਹੁੰਦਾ ਸੀ, ਇਹ ਦਰਜਾ ਵੀ ਖੋ ਦਿੱਤਾ ਹੈ ਇਹਨਾਂ 7 ਸਾਲਾਂ ਵਿੱਚ, ਇਹਦੇ ਬਾਰੇ ਕੀ ਕਹੋਗੇ? ਦੇਖੋ, ਬੇਸਿਕਲੀ ਸਾਡਾ ਦੇਸ਼ ਜਿਹੜਾ ਸੀਗਾ ਨਾ ਸੋਨੇ ਦੀ ਚਿੜੀਆ ਸੀ।
ਸਾਡੇ ਕੋਲ ਵਧੀਆ ਕਾਰੀਗਰ ਸੀਗੇ। ਸਾਡੇ ਕੋਲ ਜਿਸ ਤਰ੍ਹਾਂ ਕਹਿ ਲਓ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਸੀਗੀਆਂ, ਸਾਡੇ ਇਹੋ ਜਿਹੇ ਕਾਰੀਗਰ ਸੀਗੇ ਜਿਹੜੀਆਂ ਚੀਜ਼ਾਂ ਨੂੰ ਬਣਾਉਂਦੇ ਸੀਗੇ। ਸਾਡਾ ਇੰਡੀਅਨ ਕਲਚਰ ਜੋ ਸੀਗਾ ਉਸ ਚੀਜ਼ ਨੂੰ ਖ਼ਤਮ ਕਰਨ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਹੈਗਾ। ਉਹ ਕਿਸ ਤਰ੍ਹਾਂ ਕਿ ਜੀ ਬਾਹਰੋਂ ਤੁਸੀਂ ਕੰਪਨੀਆਂ ਲੈ ਆਏ ਤੇ ਜਿਹੜੀਆਂ ਲੋਕਲ ਕੰਪਨੀਆਂ ਨੇ ਉਹ ਸਾਰੀਆਂ ਡੁੱਬ ਗਈਆਂ। ਮੈਨੂੰ ਇੱਕ ਗੱਲ ਦੱਸੋ, ਅੱਜ ਆਪਾਂ ਪੈਪਸੀ ਪੀਂਦੇ ਹੈਗੇ ਆ, ਆਪਾਂ ਜਿਹੜਾ ਹੈਗਾ ਦੂਸਰੀਆਂ ਡਰਿੰਕਸ ਲੈਣੇ ਹੈਗੇ ਆ, ਪਰ ਜਿਹੜੀਆਂ ਸਾਡੇ ਲੋਕਲ ਦੀਆਂ ਕੰਪਨੀਆਂ ਨੇ ਉਹਨਾਂ ਦਾ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਪ੍ਰਮੋਟ ਕੀਤਾ? ਕਿਉਂ ਨਹੀਂ ਤੁਸੀਂ ਉਹਨਾਂ ਨੂੰ? ਜੇ ਅੱਜ ਬਾਹਰਲੀ ਕੰਪਨੀ ਦੇ ਉੱਤੇ ਐਕਸਾਈਜ਼ ਉਹਨੂੰ ਮਾਫ ਕਰ ਦਿੰਨੇ ਆ, ਹੋਰ ਚੀਜ਼ਾਂ ਅਸੀਂ ਛੱਡ ਦਿੰਨੇ ਆ, ਪਰ ਜਿਹੜਾ ਲੋਕਲ ਵਾਲਾ ਬੰਦਾ ਉਹਨੂੰ ਅਸੀਂ ਕਹਿੰਦੇ ਆ ਤੇਰੇ ਤੋਂ ਠੋਕ ਕੇ ਪੈਸੇ ਲੈਣੇ ਆ। ਅੱਜ ਦੀ ਰੇਟ 'ਚ ਹੀ ਦੇਖ ਲਓ ਲੋਹੇ ਦਾ ਭਾਅ ਕਿੰਨਾ ਵਧਿਆ ਹੋਇਆ। ਇੰਡਸਟਰੀ ਕਿੱਥੇ ਜਾਂਦੀ ਪਈ ਹੈ? ਬਿਜਲੀ ਦੇ ਕੱਟ ਲੱਗਦੇ ਪਏ ਨੇ। ਕਿਉਂ ਨਹੀਂ ਸਾਡੇ ਦੇਸ਼ 'ਚ ਇੰਨੀਆਂ ਖਾਨਾਂ ਨੇ, ਇੰਨਾ ਸਾਰਾ ਕੁਝ ਹੈਗਾ, ਤੇ ਕਿਉਂ ਨਹੀਂ ਫਿਰ ਸਾਡੇ ਦੇਸ਼ ਦੇ ਵਿੱਚ ਉਸ ਚੀਜ਼ ਦੀ ਕੀਮਤ ਘੱਟ? ਸਾਨੂੰ ਬਾਹਰਲੇ ਦੇਸ਼ਾਂ ਨੂੰ ਛੂਟ ਮਿਲਦੀ ਹੈ ਟੈਕਸਿਸ ਦੇ ਉੱਤੇ, ਉਹਨਾਂ ਨੂੰ ਛੂਟ ਹੈ, ਉਹਨਾਂ ਕੰਪਨੀਆਂ ਨੂੰ ਰਿਬੇਟ ਮਿਲਦੀ ਹੈ, ਪਰ ਜਿਹੜਾ ਇੰਡੀਅਨ ਬੰਦਾ ਹੈਗਾ, ਜਿਹੜਾ ਘਰ ਦਾ ਬੰਦਾ, ਉਹਨੂੰ ਇਹ ਭੁੱਖਾ ਮਾਰਨ ਦੇ ਉੱਤੇ ਆਈ ਹੋਈ ਹੈ ਗੌਰਮੈਂਟ। ਜਦੋਂ ਅਸੀਂ ਬਾਏ ਰੋਡ ਆਪਣੀ ਕਾਰ ਦੇ ਉੱਤੇ ਟਰੈਵਲ ਕਰਦੇ ਹਾਂ, ਮੰਨ ਲਓ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਟਰੈਵਲ ਕੀਤਾ ਜੀ, ਤੇ ਤੁਹਾਨੂੰ ਫਾਸਟ ਟੈਗ ਜੇ ਲੱਗਾ ਹੋਇਆ ਤੇ 700 ਰੁਪਏ ਦੀ ਤਕਰੀਬਨ ਪਰਚੀ ਕੱਟੀ ਜਾਂਦੀ ਹੈ ਆਉਣ ਜਾਣ ਦੀ। ਤੇ ਜੇ ਫਾਸਟ ਟੈਗ ਨਹੀਂ ਲੱਗਾ ਹੋਇਆ ਡਬਲ, ਇਹ ਕਰਪਸ਼ਨ ਹੈ ਜਾਂ ਕੀ ਹੈ? ਇਹਦੇ ਬਾਰੇ ਕੀ ਕਹੋਗੇ? ਦੇਖੋ ਬਹੁਤ ਵੱਡੀ ਕਰਪਸ਼ਨ ਹੈ। ਅੱਗੇ ਹੁੰਦਾ ਸੀਗਾ ਟੋਲ ਪਲਾਜ਼ਾ ਹੁੰਦੇ ਸੀਗੇ ਕਿ ਜੀ ਕੋਈ ਵੀ ਪੁਲ ਜਿਹੜਾ ਉਹਦਾ ਨਿਰਮਾਣ ਹੋਇਆ ਉਹਦੇ ਉੱਤੇ ਜਿੰਨਾ ਖਰਚਾ ਹੋਇਆ ਉਹ ਟੋਲ ਲੱਗਿਆ। ਜਦੋਂ ਉਹ ਖਰਚਾ ਪੂਰਾ ਹੋ ਗਿਆ ਸਰਕਾਰ ਨੇ ਉਸ ਚੀਜ਼ ਨੂੰ ਬੰਦ ਕਰ ਦਿੱਤਾ। ਪਰ ਹੁਣ ਤੇ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੋਇਆ ਕਿ ਠੀਕ ਹੈ ਜੀ ਉਹ ਖਰਚੇ ਚੱਲੀ ਜਾ ਰਹੇ। ਮੈਨੂੰ ਇੱਕ ਗੱਲ ਦੱਸੋ, ਪੈਸਾ ਬੈਂਕ 'ਚ ਆਵੇ ਜਾਂ ਕੈਸ਼ ਆਵੇ, ਕੀ ਫਰਕ ਪੈਂਦਾ ਹੈਗਾ? ਕਿਉਂ ਫਾਸਟ ਟੈਗ ਲਗਵਾਉਣੇ ਜ਼ਰੂਰੀ ਹੋ ਗਿਆ? ਮੰਨ ਲਓ ਅਸੀਂ ਕਿਸੇ ਦੀ ਕਾਰ ਲੈ ਕੇ ਜਾਂਦੇ ਹੈਗੇ ਆ, ਠੀਕ ਹੈ, ਤੇ ਅਸੀਂ ਉਹਨੂੰ ਕੀ ਗੱਲ ਉਹਦੇ ਅਕਾਊਂਟ 'ਚੋਂ ਅਸੀਂ ਪੈਸੇ ਕਟਵਾਈਏ? ਮੰਨ ਲਓ ਮੈਂ ਹੀ ਆ, ਮੈਂ ਆਪਣੀ ਫਰੈਂਡ ਦੀ ਕਾਰ ਲੈ ਕੇ ਅੰਮ੍ਰਿਤਸਰ ਜਾਣੀ ਹੈਗੀ ਆ ਕਿ ਲਿਆਓ ਜੀ ਮੈਂ ਲੈ ਜਾਵਾਂ, ਤੇ ਕੀ ਮੈਂ ਉਹਨੂੰ ਫਾਸਟ ਟੈਗ ਉਹ ਮੇਰੇ ਤੋਂ ਕੈਸ਼ ਪੈਸੇ ਲਏਗੀ? ਜੇ ਅਸੀਂ ਕੈਸ਼ ਪੈਸੇ ਦਿੰਨੇ ਹੈਗੇ ਆ ਤੇ ਸਾਡੀ ਜੇਬ ਨੂੰ ਡਬਲ ਦਾ ਖਰਚਾ ਪੈਂਦਾ ਹੈਗਾ। ਦੱਸ ਸਕਦੇ ਹੋ ਕਿਉਂ? ਕੋਈ ਰੀਜ਼ਨ ਨਹੀਂ ਹੈ ਇਸ ਚੀਜ਼ ਦਾ ਕਿ ਜੀ ਤੁਹਾਡੇ ਬੰਦੇ ਬੈਠੇ ਨੇ, ਤੁਸੀਂ ਕੈਸ਼ ਇਕੱਠਾ ਕਰਨਾ ਹੈ, ਤੁਹਾਡੇ ਕੰਪਿਊਟਰਸ ਵਿੱਚ ਬੈਠੇ ਹੈਗੇ ਨੇ, ਤੁਸੀਂ ਕੈਸ਼ ਲੈ ਕੇ ਬੈਂਕਾਂ 'ਚ ਪਾ ਸਕਦੇ ਹੈਗੇ ਹੋ, ਪਰ ਨਹੀਂ ਤੁਸੀਂ ਫਾਸਟ ਟੈਗ ਲਵਾਓ। ਇਹ ਵੀ ਇੱਕ ਸਾਡੀ ਜੇਬ ਨੂੰ ਕਤਰਨ ਦਾ ਇੱਕ ਤਰੀਕਾ ਹੈਗਾ ਜਿਹੜਾ ਗਵਰਨਮੈਂਟ ਨੇ ਅਪਣਾਇਆ। ਕਿਉਂ ਨਹੀਂ ਅਸੀਂ ਇੱਕ ਟੋਲ ਦੇ ਉੱਤੇ ਇੰਨਾ ਖਰਚਾ, ਕੋਈ ਵੀ ਟੋਲ ਜਿਹੜਾ ਹੈਗਾ ਇੰਨਾ ਮਹਿੰਗਾ ਨਹੀਂ ਜਿੰਨਾ ਲੋਡੋਵਾਲ ਦਾ ਟੋਲ ਮਹਿੰਗਾ ਹੈਗਾ। ਬੜੇ ਬੰਦਿਆਂ ਨੇ ਆਵਾਜ਼ ਵੀ ਉਠਾਈ। 1 ਸਾਲ ਜੇ ਟੋਲ ਪਲਾਜ਼ਾ ਬੰਦ ਰਹੇ ਨੇ ਕਿਸਾਨਾਂ ਕਰਕੇ, ਤੇ ਕਿਹੜੀ ਚੀਜ਼ ਸੀਗੀ ਜਿਹੜੀ ਇੰਡੀਆ ਦੇ ਵਿੱਚ ਘਟ ਗਈ? ਕੋਈ ਚੀਜ਼ ਦਾ ਫਰਕ ਨਹੀਂ ਪਿਆ, ਪਰ ਸਰਕਾਰ ਨੂੰ ਫਰਕ ਪਿਆ। ਸਰਕਾਰ ਦੀਆਂ ਆਪਣੀਆਂ ਜੇਬਾਂ ਨਹੀਂ ਭਰੀਆਂ ਗਈਆਂ, ਜਿਹਦੇ ਕਰਕੇ ਉਹਨਾਂ ਨੇ ਫੇਰ ਟੋਲ ਪਲਾਜ਼ਾ ਲਗਾਏ। ਉਹਨਾਂ ਨੂੰ ਘਟਾਉਣ ਦੀ ਬਜਾਏ, ਸਾਨੂੰ ਰਾਹਤ ਦੇਣ ਦੀ ਬਜਾਏ ਉਹਨਾਂ ਨੂੰ 5-5 10-10 ਰੁਪਏ ਹੋਰ ਵਧਾ ਦਿੱਤਾ ਗਿਆ। ਸਾਨੂੰ ਸਾਰਿਆਂ ਨੂੰ ਮਿਲ ਕੇ, ਜਿੱਦਾਂ ਕਿਸਾਨਾਂ ਨੇ ਧਰਨੇ ਦਿੱਤੇ ਸੀ, ਟੋਲ ਪਲਾਜ਼ਾ ਬੰਦ ਕਰਨੇ ਚਾਹੀਦੇ ਆ, ਨਹੀਂ ਦੇਣੇ ਚਾਹੀਦੇ। ਜੇ ਅਸੀਂ ਸਾਰੇ ਮਿਲ ਕੇ ਇਸ ਚੀਜ਼ ਨੂੰ ਕਰਾਂਗੇ ਕਿ ਅਸੀਂ ਟੋਲ ਪਲਾਜ਼ਾ ਨਹੀਂ ਦੇਣੇ, ਅਸੀਂ ਇਹ ਚੀਜ਼ ਦੇ ਉੱਤੇ ਪੈਸਾ ਨਹੀਂ ਖਰਚਣਾ ਹੈਗਾ, ਕਿਉਂਕਿ ਸੜਕਾਂ ਤੇ ਆਪਣੀਆਂ ਟੁੱਟੀਆਂ ਪਈਆਂ ਨੇ। ਜੇ ਅਸੀਂ ਦੇਖਿਆ ਜਾਵੇ ਕਿੱਥੇ ਕਿਸ ਚੀਜ਼ ਦੀ ਸੰਭਾਲ ਹੋ ਰਹੀ ਹੈ ਸਾਡੇ ਦੇਸ਼ ਦੇ ਵਿੱਚ, ਨਹੀਂ ਹੋ ਰਹੀ ਕਿਸੇ ਚੀਜ਼ ਦੀ ਸੰਭਾਲ। ਅੱਜ ਬਾਰਿਸ਼ ਹੋ ਜਾਏਗੀ ਨਾ, ਤੇ ਅੱਜ ਜਿਹੜਾ ਹੈਗਾ 1.5 ਫੁੱਟ ਪਾਣੀ ਖੜਾ ਹੋ ਜਾਏਗਾ ਸਾਡੀਆਂ ਸੜਕਾਂ ਦੇ ਉੱਤੇ, ਤੇ ਫਿਰ ਅਸੀਂ ਕਿਸ ਚੀਜ਼ ਦੇ ਲਈ ਇੰਨੇ ਪੈਸੇ ਖਰਚਦੇ ਪਏ ਆ? ਇੱਕ ਕੁਆੜੀ ਹੋਰ ਚੱਲ ਗਈ ਹੈ ਹੁਣ, ਨਵੇਂ ਸਟicker ਨਿਕਲ ਗਏ ਨੇ ਔਰੇਂਜ ਤੇ ਬਲੂ ਕਲਰ ਦੇ, ਬਈ ਇਹ ਪੈਟਰੋਲ ਨੂੰ ਆਇਡੈਂਟੀਫਾਈ ਕਰੇਗੀ ਗੱਡੀ, ਤੇ ਇਹ ਜਿਹੜੀ ਹੈ ਡੀਜ਼ਲ ਨੂੰ ਕਰੇਗੀ, ਤੇ ਉਹਦੇ ਲਈ ਵੀ ਪੇਮੈਂਟ। ਤੇ ਜਦੋਂ ਸਟicker ਲੈਣਾ ਹੁੰਦਾ ਲਾਈਨ ਵਿੱਚ ਵੀ ਲੱਗੋ, ਤੇ ਜੇ ਤੁਸੀਂ ਕਿਸੇ ਦਲਾਲ ਕਮਿਸ਼ਨ ਏਜੰਟ ਰਾਹੀਂ ਸਟicker ਲਿਆ ਤੇ ਇੱਕ ਨਵਾਂ ਕਰਪਸ਼ਨ ਦਾ ਮੋਡ ਸ਼ੁਰੂ ਹੋ ਗਿਆ। ਇਹ ਭਾਰਤ ਦੀ ਖੁਸ਼ਹਾਲੀ ਹੈ ਜਾਂ ਭਾਰਤ ਦੀ ਬਰਬਾਦੀ ਵਾਲੀ ਇੱਕ ਹੋਰ ਕਦਮ ਹੈ? ਇਹ ਭਾਰਤ ਦੀ ਬਰਬਾਦੀ ਵਾਲੀ ਇੱਕ ਹੋਰ ਕਦਮ ਹੈ। ਪਹਿਲੇ ਇਹਨਾਂ ਨੇ ਨੰਬਰ ਪਲੇਟਾਂ ਚੇਂਜ ਕਰਵਾਈਆਂ ਸੀ। ਮੈਨੂੰ ਦੱਸੋ ਉਹਨਾਂ ਦਾ ਕੀ ਫਾਇਦਾ ਸੀ? ਕੀ ਗੱਲ ਪੁਰਾਣੀ ਨੰਬਰ ਪਲੇਟ ਦੇ ਉੱਤੇ ਨੰਬਰ ਨਹੀਂ ਸੀ ਪੜਿਆ ਜਾਂਦਾ? ਆਖਿਆ ਜੀ ਚਿੱਪ ਲੱਗੇਗੀ। ਫਿਰ ਅੱਜ ਵੀ ਪੁਲਿਸ ਵਾਲੇ ਕਿਉਂ ਖੜੇ ਹੋ ਕੇ ਰਸਤੇ ਵਿੱਚ ਸਾਨੂੰ ਰੋਕਦੇ ਨੇ? ਜੇ ਚਿੱਪ ਲੱਗੀ ਹੈ ਤੁਸੀਂ ਸਕੈਨ ਕਰ ਲਓ, ਪਰ ਕੋਈ ਚਿੱਪ ਸਕੈਨ ਨਹੀਂ ਹੁੰਦੀ। ਸਾਡੇ ਤੋਂ 400 ਰੁਪਏ ਦੇ ਕੇ ਇਹਨਾਂ ਨੇ ਪਲੇਟ ਬਣਵਾਈ। ਫਿਰ ਉਸ ਤੋਂ ਬਾਅਦ ਅਸੀਂ ਆਪਣਾ ਟਾਈਮ ਖਰਾਬ ਕਰਕੇ ਪਹਿਲੇ ਪਲੇਟ ਬੰਨੀ ਦੇ ਕੇ ਆਏ ਆ, ਫਿਰ ਉਹਨੂੰ ਲਗਵਾਉਣ ਗਏ ਆ, ਫਿਰ ਅਸੀਂ ਆਨਲਾਈਨ ਫੀਸਾਂ ਭਰੀਆਂ ਨੇ। ਜਿਹੜੇ ਬੰਦਿਆਂ ਨੂੰ ਆਨਲਾਈਨ ਕੰਮ ਨਹੀਂ ਆਉਂਦਾ ਸੀਗਾ ਉਹਨਾਂ ਨੇ ਜਿਹੜਾ ਹੈਗਾ ਏਜੰਟਾਂ ਦੇ ਢਿੱਡ ਭਰੇ ਹੈਗੇ ਨੇ। ਹੁਣ ਇਹ ਜਿਹੜਾ ਨਵਾਂ ਇਹਨਾਂ ਨੇ ਸ਼ੋਸ਼ਾ ਕਰ ਦਿੱਤਾ
ਕਿ ਜੀ ਡੀਜ਼ਲ ਤੇ ਪੈਟਰੋਲ ਦੇ ਲਈ ਤੁਹਾਨੂੰ ਜਿਹੜਾ ਹੈਗਾ ਟੈਗ ਲਗਾ ਦਿੱਤੇ ਗਏ ਨੇ। ਕੀ ਫਰਕ ਪੈਂਦਾ ਕਾਰ ਕਿਹੜੀ ਹੈਗੀ ਹੈ? ਪੈਟਰੋਲ ਤੇ ਅਸੀਂ ਭਰਵਾਉਣਾ ਹੈ, ਡੀਜ਼ਲ ਤੇ ਅਸੀਂ ਭਰਵਾਉਣਾ ਹੈ। ਤੇ ਜੇ ਤੁਹਾਨੂੰ ਦੇਖ ਕੇ ਵੀ ਪਤਾ ਨਹੀਂ ਲੱਗਦਾ ਹੈਗਾ, ਜਿਹੜੀਆਂ ਤੁਸੀਂ ਚਿੱਪ ਲਗਾਈਆਂ ਨੇ ਉਹਨਾਂ ਦੇ ਥਰੂ ਸਕੈਨ ਕਰੋ ਨਾ, ਉਹਨਾਂ ਦੇ ਵਿੱਚ ਸਾਰੇ ਬਾਇਓਡਾਟਾ ਭਰੋ। ਪਰ ਉਹਦੇ ਲਈ ਇਹਨਾਂ ਕੋਲ ਬੰਦੇ ਨਹੀਂ, ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਦੇਖੋਗੇ ਸੁਵਿਧਾ ਸੈਂਟਰ ਵੀ ਸਾਰੇ ਬੰਦ ਹੋਏ ਹੋਏ ਨੇ। ਜੇ ਥੋੜ੍ਹੇ ਬਹੁਤੇ ਚੱਲਦੇ ਵੀ ਪਏ ਆ ਤੇ ਉੱਥੇ ਪੂਰੀ ਤਰੀਕੇ ਜਿਹੜਾ ਹੈਗਾ ਕੰਮ ਨਹੀਂ ਹੋ ਰਿਹਾ ਹੈਗਾ ਜੀ। ਇਹ ਇੱਕ ਮੋਦੀ ਜੀ ਨੂੰ ਛੋਟੀ ਜਿਹੀ ਬੇਨਤੀ ਸਵਾਲ ਦੇ ਨਾਲ ਹੈ ਕਿ ਇਹਦੇ ਉੱਤੇ ਵੀ ਜਰਾ ਮਨ ਦੀ ਗੱਲ ਕਰ ਦਿਓ ਤੁਸੀਂ। ਜੇ ਤੁਹਾਡੇ ਸਟਾਫ ਨੂੰ ਵੇਲ ਹੋਵੇ ਤੇ ਉਹ ਮਨ ਦੀ ਗੱਲ ਲਿਖਦੇ ਨੇ ਤੁਹਾਡੇ ਲਈ ਤੇ ਤੁਸੀਂ ਪੜ੍ਹ ਦਿਓ, ਜੇ ਜਿਵੇਂ ਅੱਗੇ ਪੜ੍ਹਦੇ ਹੋ। ਤੇ ਇਹ ਜਿਹੜੀ ਹੈ ਦੇਸ਼ ਹਿੱਤ ਦੇ ਵਿੱਚ ਆਪਣੀ ਮਨ ਦੀ ਗੱਲ ਕਰਕੇ ਇੱਕ ਆਪਣੀ ਛੋਟੀ ਜਿਹੀ ਸਪੀਚ ਆਲ ਇੰਡੀਆ ਰੇਡੀਓ ਤੋਂ ਜ਼ਰੂਰ ਦਿਓ। ਇਹ ਤੁਹਾਨੂੰ ਬੇਨਤੀ ਹੈ ਮੋਦੀ ਜੀ। ਇਹ ਲੋਕਾਂ ਦੇ ਸਵਾਲ ਨੇ, ਤੁਸੀਂ ਪ੍ਰੈਸ ਦੇ ਸਾਹਮਣੇ ਤਾਂ ਆਉਂਦੇ ਨਹੀਂ, ਤੁਸੀਂ ਲੋਕਾਂ ਦੇ ਸਾਹਮਣੇ ਤਾਂ ਆਉਂਦੇ ਨਹੀਂ, ਤੇ ਤੁਸੀਂ ਘੱਟੋ ਘੱਟ ਮਨ ਦੀ ਗੱਲ ਕਰਦੇ ਹੋ। ਸਾਨੂੰ ਇਸ ਗੱਲ ਦੀ ਕੋਈ ਤਸੱਲੀ ਰਹੇਗੀ ਕਿ ਸਾਡੇ ਮੋਦੀ ਜੀ ਸਾਡੇ ਨਾਲ ਮਨ ਦੀ ਗੱਲ ਕਰਦੇ ਨੇ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਮੇਰੀ ਇਹ ਵੀਡੀਓ ਅੱਛੀ ਲੱਗੀ ਹੈ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਦੇਸ਼ ਹਿੱਤ ਵਿੱਚ ਹੈ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ, ਮੰਗਾ ਮੈਂ ਆਪਣੇ ਦੇਸ਼ ਦੀ ਖੈਰ। ਤੇ ਇੱਕ ਚੀਜ਼ ਹੋਰ ਵੀ ਹੈ, ਇਹਨੂੰ ਲਾਈਕ ਵੀ ਦੇ ਦੇਣਾ, ਫੀਡਬੈਕ ਵੀ ਦੇ ਦੇਣਾ। ਤੇ ਜੇ ਕੋਈ ਹੋਰ ਵੀ ਤੁਹਾਡੇ ਮਨ ਦੀਆਂ ਵਿਚਾਰਾਂ ਹੋਣ ਤੇ ਜਿਹੜਾ ਪਹਿਲਾ ਫੈਸਟੈਗ ਦੇ ਉੱਤੇ ਮੈਂ ਆਪਣਾ ਵੀਡੀਓ ਪਾਇਆ ਸੀਗਾ ਕੁਝ ਦੇਰ ਪਹਿਲੋਂ, ਉਸ ਨੂੰ ਵੀ ਦੇਖ ਲੈਣਾ। ਇਹ ਦੂਜੀ ਕੜੀ ਦਾ ਹਿੱਸਾ ਮੰਨਿਆ ਜਾਏ, ਪਾਰਟ 2 ਮੰਨਿਆ ਜਾਏ। ਮੋਦੀ ਜੀ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਇਸ ਵੀਡੀਓ ਦੇ ਰਾਹੀਂ ਕਿ ਇਹ ਮੁਸ਼ਕਲਾਂ ਜਿਹੜੀਆਂ ਇਹਨਾਂ ਮੁਸ਼ਕਲਾਂ ਨੂੰ ਘਟਾਉਣ ਦਾ ਯਤਨ ਕਰੋਗੇ ਜਾਂ ਵਧਾਉਣ ਦਾ ਕਰੋਗੇ। ਗੱਲਾਂ ਤੁਹਾਡੇ ਉੱਤੇ ਨੇ ਮੋਦੀ ਜੀ, ਸਵਾਲ ਤੁਹਾਡੇ ਉੱਤੇ ਹੈ, ਜਵਾਬ ਵੀ ਤੁਹਾਡੀ ਸਰਕਾਰ ਦਾ ਹੀ ਹੈ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।